जी सत श्री अकाल जी। एक बार फिर तो ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ 8ਵੀਂ ਸ਼੍ਰੇਣੀ ਦੇ ਦੋ ਲੈਸਨ ਅੱਜ ਅਸੀਂ ਕਵਰ ਕਰਾਂਗੇ, ਲੈਸਨ ਨੰਬਰ 18 ਔਰ ਲੈਸਨ ਨੰਬਰ 17 ਔਰ 18, ਜਿਨ੍ਹਾਂ ਦੇ ਕਿ ਬਹੁਤ ਹੀ ਛੋਟੇ ਪ੍ਰਸ਼ਨ ਨੇ। ਅਸੀਂ ਇਹਨਾਂ ਨੂੰ ਕਵਰ ਕਰਾਂਗੇ ਔਰ ਆਪਣੀ ਕਾਪੀ ਦੇ ਉੱਪਰ ਨੋਟ ਕਰੋ, ਇਸ ਦੇ ਨੋਟਸ ਤਿਆਰ ਕਰੋ। ਕਲਾਵਾਂ, ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ, ਯਾਨੀ ਕਿ ਇਸ ਦੇ ਵਿੱਚ ਕੀ ਪਰਿਵਰਤਨ ਹੋਇਆ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਵੀਡੀਓ ਆਉਂਦਾ ਉਸ 'ਤੇ ਤੁਸੀਂ ਬਣੇ ਰਹੋ, ਤੁਹਾਨੂੰ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ, ਤੁਹਾਡੇ ਫੋਨ ਦਾ ਕੋਈ ਡਾਟਾ ਨਹੀਂ ਹੋਏਗਾ। ਜਿਸ ਸਮੇਂ ਮਰਜ਼ੀ ਤੁਸੀਂ ਚੈਨਲ 'ਤੇ ਜਾ ਕੇ ਆਪਣੀ ਵੀਡੀਓ ਦੁਬਾਰਾ ਦੇਖ ਕੇ ਉਸ ਦੀ ਦੁਬਾਰਾ ਰਿਵੀਜ਼ਨ ਲੈ ਸਕਦੇ ਹੋ ਔਰ ਕਾਪੀ ਦੇ ਨੋਟਸ ਦੁਬਾਰਾ ਤਿਆਰ ਕਰ ਸਕਦੇ ਹੋ। ਠੀਕ ਹੈ ਜੀ। ਸਭ ਤੋਂ ਪਹਿਲਾ ਪ੍ਰਸ਼ਨ, ਆਨੰਦ ਮੱਠ ਨਾਵਲ ਕਿਸ ਨੇ ਲਿਖਿਆ? ਤਾਂ ਬਿਕਮ ਚੰਦਰ ਚੈਟਰਜੀ ਨੇ ਜੋ ਆਨੰਦ ਮੱਠ ਨਾਵਲ ਲਿਖਿਆ ਹੈ। ਔਰ ਇੱਥੇ ਤੁਹਾਡੀ ਜਾਣਕਾਰੀ ਲਈ ਇੱਕ ਹੋਰ ਦੱਸ ਦਈਏ ਕਿ ਸਾਡੇ ਦੇਸ਼ ਦਾ ਰਾਸ਼ਟਰੀ ਗੀਤ, ਇੱਕ ਰਾਸ਼ਟਰੀ ਗਾਨ ਹੈ ਜਨ ਗਣ ਮਨ, ਔਰ ਅਸੀਂ ਗੱਲ ਕਰ ਰਹੇ ਹਾਂ ਰਾਸ਼ਟਰੀ ਗੀਤ ਦੀ, ਜਿਸ ਦੀ ਰਚਨਾ ਵੀ ਜਿਹੜੀ ਬਿਕਮ ਚੰਦਰ ਚੈਟਰਜੀ ਦੁਆਰਾ ਹੀ ਕੀਤੀ ਗਈ ਆ। ਔਰ ਰਾਸ਼ਟਰੀ ਗਾਨ ਜਿਹੜਾ ਜਨ ਗਣ ਮਨ ਹੈ, ਉਸ ਦੀ ਰਚਨਾ ਜਿਹੜੀ ਅਸੀਂ ਜਾਣਦੇ ਹਾਂ ਸ਼੍ਰੀ ਰਵਿੰਦਰਨਾਥ ਟੈਗੋਰ ਜੀ ਨੇ ਕੀਤੀ ਹੈ। ਔਰ ਰਾਸ਼ਟਰੀ ਗੀਤ ਵੰਦੇ ਮਾਤਰਮ, ਉਸ ਦੀ ਰਚਨਾ ਬਿਕਮ ਚੰਦਰ ਚੈਟਰਜੀ ਦੁਆਰਾ ਕੀਤੀ ਗਈ ਹੈ। ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾਖਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਗਿਆ? ਤਾਂ ਇਸ ਦਾ ਉੱਤਰ ਜੋ ਹੈ ਜੀ 1557 ਈਸਵੀ ਵਿੱਚ ਪੁਰਤਗਾਲੀਆਂ ਦੁਆਰਾ ਜਿਹੜਾ ਪਹਿਲਾ ਛਾਪਾਖਾਨਾ ਹੈਗਾ ਇਹ ਸ਼ੁਰੂ ਕੀਤਾ ਗਿਆ 1557 ਈਸਵੀ ਦੇ ਵਿੱਚ। ਬਾਲ ਗੰਗਾਧਰ ਤਿਲਕ ਨੇ ਕਿਹੜੇ ਦੋ ਅਖਬਾਰ ਛਾਪਣੇ ਸ਼ੁਰੂ ਕੀਤੇ? ਤਾਂ ਮਰਾਠੀ ਭਾਸ਼ਾ ਵਿੱਚ ਕੇਸਰੀ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਮਰਾਠਾ ਅਖਬਾਰ ਜਿਹੜਾ ਛਾਪਣੇ ਬਾਲ ਗੰਗਾਧਰ ਤਿਲਕ ਨੇ ਸ਼ੁਰੂ ਕੀਤੇ। ਠੀਕ ਹੈ ਜੀ, ਮਰਾਠੀ ਭਾਸ਼ਾ ਵਿੱਚ ਕੇਸਰੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਅਖਬਾਰ। ਅਗਲਾ ਹੈ, ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਦੇ ਨਾਂ ਲਿਖੋ। ਤਾਂ GR ਸੰਤੋਸ਼, ਗੁਲਾਮ ਸ਼ੇਖ ਅਤੇ ਸ਼ਾਂਤੀ ਦੇਵ, ਇਹ ਜਿਹੜੇ ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਸਨ। ਮਦਰਾਸ ਕਲਾ ਸਕੂਲ ਦੇ ਪ੍ਰਸਿੱਧ ਕਲਾਕਾਰਾਂ ਦੇ ਨਾਮ ਲਿਖੋ। ਸਤੀਸ਼ ਗੁਜਰਾਲ, ਰਾਮ ਕੁਮਾਰ ਅਤੇ ਕੇ ਜੀ ਸੁਬਰਾਨੀਅਮ। ਠੀਕ ਹੈ, ਇਹ ਜਿਹੜੇ ਉਸ ਦੇ ਪ੍ਰਸਿੱਧ ਜਿਹੜੇ ਉਸ ਸਕੂਲ ਦੇ ਪ੍ਰਸਿੱਧ ਕਲਾਕਾਰ ਸਨ। 19ਵੀਂ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਸਾਹਿਤ ਦਾ ਕੀ ਵਿਕਾਸ ਹੋਇਆ? ਅਗਲਾ ਕੁਐਸਚਨ ਕੀ ਆ, 19ਵੀਂ ਅਤੇ 20ਵੀਂ ਸਦੀ ਦੇ ਆਰੰਭ ਦੇ ਵਿੱਚ ਜਿਹੜਾ ਸਾਹਿਤ ਦਾ ਕੀ ਵਿਕਾਸ ਹੋਇਆ? ਤਾਂ ਇਸ ਦੇ ਵਿੱਚ ਹੈਗਾ ਨਾਵਲ, ਕਹਾਣੀ ਅਤੇ ਸਾਹਿਤ ਦੇ ਵਿੱਚ ਜੋ ਵਿਕਾਸ ਹੋਇਆ ਉਸ ਦੇ ਵਿੱਚ ਅਸੀਂ ਪੜ੍ਹਾਂਗੇ। ਪੁਆਇੰਟ ਨੰਬਰ 1 ਵਿੱਚ ਆ, ਬੰਗਾਲੀ ਸਾਹਿਤ ਦੇ ਮੁੱਖ ਲੇਖ ਬਿਕਮ ਚੰਦਰ ਚੈਟਰਜੀ, ਮਾਈਕਲ ਲੇਖਕ ਸੀਗੇ ਜਿਹੜੇ ਮਾਈਕਲ ਮਧੂਸੂਦਨ ਦੱਤਾ, ਸ਼ਤਰ ਚੰਦਰ ਚੈਟਰਜੀ ਆਦਿ ਸਨ, ਯਾਨੀ ਕਿ ਇਹ ਉਸ ਸਮੇਂ ਦੇ ਪ੍ਰਸਿੱਧ ਲੇਖਕ ਸਨ। ਮੁਨਸ਼ੀ ਪ੍ਰੇਮਚੰਦ ਨੇ, ਤੁਸੀਂ ਸੁਣਿਆ ਹੋਣਾ, ਦੇਖੀਆਂ ਵੀ ਹੋਣੀਆਂ ਕਾਫੀ ਕਹਾਣੀਆਂ ਜਿਹੜੀਆਂ ਮੁਨਸ਼ੀ ਪ੍ਰੇਮਚੰਦ ਦੀਆਂ ਟੀਵੀ ਪਰ ਪ੍ਰਸਾਰਿਤ ਹੁੰਦੀਆਂ ਹੀ ਰਹਿੰਦੀਆਂ। ਤੇ ਉਰਦੂ ਅਤੇ ਹਿੰਦੀ ਭਾਸ਼ਾ ਵਿੱਚ ਕਈ ਨਾਵਲ ਲਿਖੇ, ਜਿਵੇਂ ਗੋਦਾਮ ਬਹੁਤ ਹੀ ਪ੍ਰਸਿੱਧ ਮਸ਼ਹੂਰ ਨਾਟਕ ਵੀ ਰਿਹਾ ਹੈ, ਰੰਗ ਭੂਮੀ ਆਦਿ। ਕਵੀ ਰਚਨਾ ਭਾਰਤ ਦੇ ਪ੍ਰਸਿੱਧ ਕਵੀ ਰਵਿੰਦਰਨਾਥ ਟੈਗੋਰ, ਇਕਬਾਲ ਮਿਜ਼ਾਜ, ਜੀਵਨ ਨੰਦ ਦਾਸ, ਕੇਸ਼ਵ ਸੂਦ ਆਦਿ। ਭਾਰਤੀ ਕਾਵਿ ਰਚਨਾ ਵਿੱਚ ਰਾਸ਼ਟਰੀ ਅੰਦੋਲਨ ਨੇ ਜ਼ਿਆਦਾ ਜ਼ੋਰ ਦਿੱਤਾ ਗਿਆ। ਠੀਕ ਹੈ ਜੀ, ਕਾਵਿ ਰਚਨਾ ਦੇ ਵਿੱਚ ਸਾਡੇ ਦੇ ਵਿੱਚ ਕਈ ਗੱਲ ਹੈ, ਰਾਸ਼ਟਰੀ ਅੰਦੋਲਨ ਦਾ ਜ਼ਿਆਦਾ ਜ਼ੋਰ ਦਿੱਤਾ ਗਿਆ। ਨਾਟਕ ਅਤੇ ਸਿਨੇਮਾ, ਭਾਰਤੀ ਨਾਟਕਾਰਾਂ ਅਤੇ ਕਲਾਕਾਰਾਂ ਨੇ ਪੂਰਬੀ ਅਤੇ ਪੱਛਮੀ ਸ਼ੈਲੀ ਨੂੰ ਇੱਕ ਕਰਨ ਦਾ ਯਤਨ ਕੀਤਾ। ਪੂਰਬੀ ਤੇ ਪੱਛਮੀ ਸ਼ੈਲੀ ਨੂੰ, ਪੂਰਬੀ ਸ਼ੈਲੀ ਜੋ ਭਾਰਤੀ ਸੋਚ ਕਹਿ ਲਓ ਔਰ ਪੱਛਮੀ ਜੋ ਬਾਹਰ ਦੀ ਜਿਹੜੀ ਵਿਦੇਸ਼ੀ ਸੋਚ ਕਹਿ ਲਓ। ਗ੍ਰੀਸ ਕਰਕਾਂਡ, ਵਿਜੇ ਤਸਦੁਲਕਰ, ਰਾਜਾ ਰਸਾਓ ਆਦਿ ਪ੍ਰਸਿੱਧ ਨਾਟਕਕਾਰ ਸਨ। ਰਵਿੰਦਰਨਾਥ ਟੈਗੋਰ ਨੇ ਆਪਣੇ ਨਾਟਕਾਂ ਵਿੱਚ ਅੰਤਰਰਾਸ਼ਟਰੀ ਮਾਨਵਵਾਦ ਤੇ ਜ਼ੋਰ ਦਿੱਤਾ। ਰਵਿੰਦਰਨਾਥ ਟੈਗੋਰ ਦੁਆਰਾ ਜਿਹੜਾ ਆਪਣੇ ਨਾਟਕਾਂ ਦੇ ਵਿੱਚ ਅੰਤਰਰਾਸ਼ਟਰੀ ਮਾਨਵਵਾਦ ਤੇ ਜ਼ੋਰ ਦਿੱਤਾ ਗਿਆ। ਤਾਂ ਇਹ ਲੈਸਨ ਨੰਬਰ 17 ਦੇ ਕੁਝ ਮਹੱਤਵਪੂਰਨ ਪ੍ਰਸ਼ਨ ਸੀ। ਅੱਗੇ ਲੈਸਨ ਨੰਬਰ 18, ਜਿਸ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਆ। ਰਾਸ਼ਟਰੀ ਅੰਦੋਲਨ 1885 ਤੋਂ 1919 ਈਸਵੀ ਤੱਕ। ਤਾਂ ਰਾਸ਼ਟਰੀ ਅੰਦੋਲਨ 1885 ਤੋਂ 1919 ਈਸਵੀ ਤੱਕ ਜੋ ਘਟਨਾਵਾਂ ਹੋਈਆਂ ਉਹਨਾਂ ਬਾਰੇ ਚਰਚਾ ਕਰਦੇ ਹਾਂ। ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ ਕਿੱਥੇ ਤੇ ਕਿਸ ਦੀ ਪ੍ਰਧਾਨਗੀ ਹੇਠ ਹੋਇਆ? ਤੇ ਇਸ ਵਿੱਚ ਕਿੰਨੇ ਪ੍ਰਤੀਨਿਧਾਂ ਨੇ ਹਿੱਸਾ ਲਿਆ? ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਸਮਾਗਮ 1885 ਈਸਵੀ ਵੋਮੇਸ਼ ਚੰਦਰ ਬੈਨਰਜੀ ਦੀ ਅਗਵਾਈ ਵਿੱਚ ਹੋਇਆ, ਬੈਨਰਜੀ ਦੀ ਅਗਵਾਈ ਵਿੱਚ ਹੋਇਆ, ਗੋਲਕਨਾਥ ਤੇਜਪਾਲ ਕਾਲਜ ਵਿੱਚ ਹੋਇਆ ਤੇ ਇਸ ਵਿੱਚ 72 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਠੀਕ ਹੈ ਜੀ, ਕਿੱਥੇ ਹੋਇਆ ਸਮਾਗਮ, ਕਦੋਂ ਹੋਇਆ? ਸਭ ਤੋਂ ਪਹਿਲਾਂ ਤਾਂ 1885 ਈਸਵੀ ਵਿੱਚ। ਕਿਸ ਦੀ ਅਗਵਾਈ ਵਿੱਚ ਹੋਇਆ? ਵੋਮੇਸ਼ ਚੰਦਰ ਬੈਨਰਜੀ ਦੀ ਅਗਵਾਈ ਵਿੱਚ ਤੇ ਗੋਲਕਨਾਥ ਤੇਜਪਾਲ ਕਾਲਜ ਵਿੱਚ ਹੋਇਆ ਸੀ ਔਰ 72 ਜਿਹੜੇ ਪ੍ਰਤੀਨਿਧੀਆਂ ਨੇ ਇਹਦੇ ਵਿੱਚ ਹਿੱਸਾ ਲਿਆ ਸੀ। ਬੰਗਾਲ ਦੀ ਵੰਡ ਕਦੋਂ ਅਤੇ ਕਿਸ ਗਵਰਨਰ ਜਨਰਲ ਦੇ ਸਮੇਂ ਹੋਈ? 1905 ਈਸਵੀ ਦੇ ਵਿੱਚ ਜਿਹੜੀ ਬੰਗਾਲ ਦੀ ਵੰਡ ਲਾਰਡ ਕਰਜ਼ਨ ਦੇ ਸਮੇਂ ਵਿੱਚ ਹੋਈ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ?
ਤਾਂ ਮੁਸਲਿਮ ਲੀਗ ਦੀ ਸਥਾਪਨਾ ਦਾ ਜੋ ਇਹ ਆਨਸਰ ਲਿਖਿਆ ਹੋਇਆ ਬੇਟਾ ਇਹ ਗਲਤ ਲਿਖ ਹੋ ਗਿਆ ਬਾਈ ਚਾਂਸ। ਤਾਂ ਮੁਸਲਿਮ ਲੀਗ ਦੀ ਸਥਾਪਨਾ ਦੇ ਤੁਹਾਨੂੰ ਦੱਸ ਦਈਏ 1906 ਈਸਵੀ ਦੇ ਵਿੱਚ ਮੁਸਲਿਮ ਨੇਤਾਵਾਂ ਦੁਆਰਾ ਜਿਹੜੀ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ ਸੀ। ਇਸ ਦੇ ਵਿੱਚ ਮੈਂ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦੇਵਾਂ, ਲਾਸਟ ਦੇ ਵਿੱਚ ਇੱਕ PDF ਮੈਂ ਨਾਲ ਅਟੈਚ ਕੀਤੀ ਹੋਈ ਹੈ, ਇੱਕ ਸਲਾਈਡ। 30 ਦਸੰਬਰ 1906 ਈਸਵੀ ਵਿੱਚ ਮੁਸਲਿਮ ਨੇਤਾਵਾਂ ਨੇ ਆਲ ਇੰਡੀਆ ਮੁਸਲਿਮ ਲੀਗ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ, ਜਿਸ ਦੀ ਪ੍ਰਮੁੱਖ ਮੰਗ ਸੀ ਕਿ ਮੁਸਲਮਾਨਾਂ ਲਈ ਵੱਖਰਾ ਚੋਣ ਮੰਡਲ ਸਥਾਪਿਤ ਕੀਤਾ ਜਾਵੇ। ਠੀਕ ਹੈ ਜੀ। ਤੇ 1909 ਈਸਵੀ ਵਿੱਚ ਸਰਕਾਰ ਨੇ ਮੁਸਲਮਾਨਾਂ ਦੀ ਇਹ ਮੰਗ ਮੰਨ ਲਈ ਸੀ। ਤਾਂ ਇਹ ਅਸੀਂ ਤੀਸਰੇ ਜਿਹੜਾ ਕੁਐਸਚਨ ਅਸੀਂ ਪੜ੍ਹਿਆ ਹੈਗਾ ਉਸ ਦੀ ਇਹ ਅਸੀਂ ਆਨਸਰ ਲਿਖਣਾ ਹੈਗਾ। ਇੱਥੇ ਜੋ ਆਨਸਰ ਲਿਖਿਆ ਹੈ ਉਹ ਗਲਤ ਲਿਖਿਆ ਹੈ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ? ਤਾਂ ਇਸ ਦਾ ਆਨਸਰ ਅਸੀਂ ਲਿਖਣਾ 30 ਦਸੰਬਰ 1906 ਈਸਵੀ ਵਿੱਚ ਮੁਸਲਿਮ ਨੇਤਾਵਾਂ ਦੁਆਰਾ। ਗਦਰ ਪਾਰਟੀ ਦੀ ਸਥਾਪਨਾ ਕਦੋਂ ਅਤੇ ਕਿਸ ਦੁਆਰਾ ਕੀਤੀ ਗਈ? ਤਾਂ ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਨੇ ਸੋਹਣ ਸਿੰਘ ਪਕਣਾ ਅਤੇ ਲਾਲਾ ਹਰਦਿਆਲ ਆਦਿ ਦੀ ਅਗਵਾਈ ਵਿੱਚ 1913 ਈਸਵੀ ਵਿੱਚ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਗਦਰ ਪਾਰਟੀ ਦੀ ਸਥਾਪਨਾ ਕੀਤੀ। ਬਹੁਤ ਮਹੱਤਵਪੂਰਨ ਹੈ, ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਵੀ ਅਕਸਰ ਇਹ ਕੁਐਸਚਨ ਆ ਜਾਂਦਾ। ਠੀਕ ਹੈ ਜੀ। ਸਵਦੇਸ਼ੀ ਤੇ ਬਾਈਕਾਟ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਹੋ? 1905 ਈਸਵੀ ਵਿੱਚ ਬੰਗਾਲ ਵੰਡ ਦੇ ਵਿਰੋਧ ਵਿੱਚ ਦੋਵੇਂ ਅੰਦੋਲਨ ਚਲਾਏ ਗਏ। ਇਸ ਦਾ ਮਕਸਦ ਸਵਦੇਸ਼ੀ ਚੀਜ਼ਾਂ ਨੂੰ ਪ੍ਰਫੁੱਲਿਤ ਕਰਨਾ ਸੀ। ਸਵਦੇਸ਼ੀ ਜੋ ਸਾਡੇ ਦੇਸ਼ ਵਿੱਚ ਹੀ ਤਿਆਰ ਕੀਤੀਆਂ ਜਾਣ, ਠੀਕ ਹੈ ਜੀ, ਉਹ ਹੁੰਦੀਆਂ ਸਵਦੇਸ਼ੀ। ਜਾਣੀ ਕਿ ਬਾਈਕਾਟ ਉਹਨਾਂ ਚੀਜ਼ਾਂ ਦਾ ਕੀਤਾ ਗਿਆ ਸੀ ਜੋ ਵਿਦੇਸ਼ੀ ਸਨ। ਠੀਕ ਹੈ, ਜੋ ਵਿਦੇਸ਼ਾਂ ਤੋਂ ਆਉਂਦੀਆਂ ਸਨ ਸਾਡੇ ਦੇਸ਼ ਦੇ ਵਿੱਚ, ਉਹਨਾਂ ਚੀਜ਼ਾਂ ਦਾ ਬਾਈਕਾਟ ਕੀਤਾ ਗਿਆ ਤੇ ਸਵਦੇਸ਼ੀ ਲਹਿਰ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਸਵਦੇਸ਼ੀ ਤੇ ਬਾਈਕਾਟ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਹੋ? ਇਸ ਦੇ ਵਿੱਚ ਅੱਗੇ ਆ ਗਿਆ ਫੇਰ ਉਹੀ ਕੁਐਸਚਨ। ਠੀਕ ਹੈ। 1905 ਈਸਵੀ ਵਿੱਚ ਬੰਗਾਲ ਵੰਡ ਦੇ ਵਿਦਰੋਹ ਵਿੱਚ ਇਹ ਦੋਵੇਂ ਅੰਦੋਲਨ ਚਲਾਏ ਗਏ। ਇਸ ਦਾ ਮਕਸਦ ਸਵਦੇਸ਼ੀ ਚੀਜ਼ਾਂ ਨੂੰ ਪ੍ਰਫੁੱਲਿਤ ਕਰਨਾ ਸੀ। ਠੀਕ ਹੈ। ਔਰ ਸਵਦੇਸ਼ੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਸਵਦੇਸ਼ੀ ਹੈਗਾ ਜੋ ਸਾਡੇ ਦੇਸ਼ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਸਮਾਨ ਹੈ, ਉਸ ਨੂੰ ਅਸੀਂ ਵਰਤਦੇ ਹਾਂ, ਉਹ ਸਵਦੇਸ਼ੀ ਹੈ। ਜੋ ਬਾਹਰ ਤੋਂ ਚੀਜ਼ਾਂ, ਜੋ ਵੀ ਕੋਈ ਵੀ ਪ੍ਰੋਡਕਟ ਸਾਡੇ ਦੇਸ਼ ਤੋਂ ਬਾਹਰਲੇ ਦੇਸ਼ਾਂ ਤੋਂ ਆਉਂਦਾ, ਉਹ ਵਿਦੇਸ਼ੀ ਹੈ। ਤੇ ਬਾਈਕਾਟ ਯਾਨੀ ਕਿ ਉਹਨਾਂ ਦਾ ਮੁਕੰਮਲ ਤੌਰ ਤੇ ਉਹ ਅਸੀਂ ਵਰਤਣੀਆਂ ਬੰਦ ਕਰ ਦਈਏ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਅਸੀਂ ਉਹਨਾਂ ਦਾ ਬਾਈਕਾਟ ਕਰ ਦਿੱਤਾ। ਇਹ ਅੰਦੋਲਨ ਗਾਂਧੀ ਜੀ ਦੁਆਰਾ ਚਲਾਏ ਗਏ ਸਨ, ਸਵਦੇਸ਼ੀ ਅੰਦੋਲਨ। ਠੀਕ ਹੈ ਜੀ। ਇਸ ਲਈ ਉਹਨਾਂ ਨੇ ਅੰਗਰੇਜ਼ਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦਾ ਤਿਆਗ ਕੀਤਾ ਸੀ, ਉਹਨਾਂ ਨੂੰ ਜਲਾ ਦਿੱਤਾ ਸੀ, ਉਹਨਾਂ ਨੂੰ ਪਹਿਨਣ ਤੋਂ, ਕੱਪੜੇ ਕਹਿ ਲਓ, ਉਹਨਾਂ ਨੂੰ ਇਨਕਾਰ ਵੱਲੋਂ ਕਾਫੀ ਜ਼ਿਆਦਾ ਅੰਗਰੇਜ਼ੀ ਜਿਹੜੀ ਇਹ ਜੋ ਕੋਈ ਵੀ ਸਮਾਨ ਸੀ ਉਹਦਾ ਵਿਦਰੋਹ ਕੀਤਾ ਗਿਆ ਸੀ। ਸਵਦੇਸ਼ੀ ਲਹਿਰ ਚਲਾਈ ਗਈ ਸੀ। ਕ੍ਰਾਂਤੀਕਾਰੀ ਅੰਦੋਲਨ ਤੇ ਨੋਟ ਲਿਖੋ। ਅੰਗਰੇਜ਼ਾਂ ਦੀਆਂ ਜੁਰਮਕਾਰੀ ਨੀਤੀਆਂ ਤੋਂ ਤੰਗ ਆ ਕੇ ਗਰਮ ਦਲ ਦੇ ਨੇਤਾਵਾਂ ਨੇ ਪ੍ਰਭਾਵ ਕਾਰਨ ਕ੍ਰਾਂਤੀਕਾਰੀ ਅੰਦੋਲਨ ਸ਼ੁਰੂ ਕੀਤਾ। ਇਸ ਦੇ ਮੁੱਖ ਕੇਂਦਰ ਮਹਾਰਾਸ਼ਟਰ, ਬੰਗਾਲ ਅਤੇ ਪੰਜਾਬ ਸਨ। ਤਾਂ ਕ੍ਰਾਂਤੀਕਾਰੀ ਅੰਦੋਲਨ ਸੀਗਾ ਜੋ ਗਰਮ ਦਲ ਦੁਆਰਾ, ਇੱਕ ਗਰਮ ਦਲ ਸੀਗਾ, ਇੱਕ ਨਰਮ ਦਲ ਸੀਗਾ। ਤਾਂ ਅਸੀਂ ਗਰਮ ਦਲ ਦੀ ਗੱਲ ਕਰਦੇ। ਗਰਮ ਦਲ ਦੁਆਰਾ ਕ੍ਰਾਂਤੀਕਾਰੀ ਅੰਦੋਲਨ ਸ਼ੁਰੂ ਕੀਤਾ ਗਿਆ। ਕ੍ਰਾਂਤੀ ਦੇ ਦੁਆਰਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਅੰਦੋਲਨ ਸ਼ੁਰੂ ਕੀਤਾ ਗਿਆ। ਤੇ ਇਸ ਦੇ ਜਿਹੜੇ ਮੁੱਖ ਕੇਂਦਰ ਸੀਗੇ ਸਾਡੇ ਦੇਸ਼ ਵਿੱਚ ਮਹਾਰਾਸ਼ਟਰ, ਬੰਗਾਲ ਤੇ ਪੰਜਾਬ ਵਿੱਚ ਸਨ। ਠੀਕ ਹੈ ਜੀ। ਇਹ 18ਵੇਂ ਲੈਕਚਰ ਤੁਸੀਂ ਆਪਣੇ ਕਵਰ ਕਰ ਲੈਣੇ ਆ ਔਰ ਅੱਗੇ ਤੋਂ ਅੱਗੇ ਤੁਸੀਂ ਇਸ ਦੀ ਜੋ ਵੀ ਹੈ ਰਿਵੀਜ਼ਨ ਲੈਣ ਦੇ ਲਈ ਇੱਥੇ ਵਾਪਸ ਆ ਕੇ ਸਕਰੀਨਸ਼ਾਟ ਲੈ ਕੇ ਸਾਰੇ ਦੇ ਸਾਰੇ ਲੈਸਨ ਤੁਸੀਂ ਆਪਣੀ ਕਾਪੀ ਦੇ ਉੱਪਰ ਉਤਾਰ ਲੈਣੇ ਆ, ਦੋਨੋਂ ਦੇ ਦੋਨੋਂ ਲੈਸਨ। ਔਰ ਅੱਗੇ ਤੋਂ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਅਸੀਂ ਇਸ ਵੀਡੀਓ ਨੂੰ ਭੇਜਣਾ ਤਾਂ ਕਿ ਸਾਰੇ ਹੀ ਇਸ ਦੀ ਰਿਵੀਜ਼ਨ ਲੈ ਸਕਣ।